तो आओ साथ संगत, अगला ਜਿਹੜਾ ਸਵਾਲ ਹੈ ਉਹ ਸਾਹ ਪ੍ਰੇਮ ਸਿੰਘ ਜਲੰਧਰ ਤੋਂ ਉਹਨਾਂ ਨੇ ਸਾਨੂੰ ਭੇਜਿਆ। ਕਹਿੰਦੇ ਵੀ ਮਾਰੂ ਰਾਗ ਵਿੱਚ ਭਗਤ ਜੈਦੇਵ ਜੀ ਦਾ ਸ਼ਬਦ ਹੈ ਜਿਹਦੇ ਚ ਸ਼ੁਰੂ ਹੁੰਦਾ ਹੈ ਚੰਦ ਸੱਤ ਭੇਦਿਆ। ਉਹ ਪੁੱਛਦੇ ਨੇ ਵੀ ਇਸ ਸ਼ਬਦ ਦਾ ਕੇਂਦਰੀ ਭਾਵ ਕੀ ਹੈ। ਮੈਂ ਬੇਨਤੀ ਕਰਾਂਗਾ MP ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਦੱਸਣ। ਮਾਰੂ ਰਾਗ ਵਿੱਚ ਬਾਣੀ ਜੈਦੇਵ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਬਦ ਮੇਰੇ ਹਿਸਾਬ ਨਾਲ ਤੇ ਇਹਦੀ ਪੂਰੀ ਵਿਆਖਿਆ ਡਿਟੇਲ ਵਿੱਚ ਹੋਣੀ ਚਾਹੀਦੀ ਹੈ, ਪਰ ਜੇ ਸਿਰਫ ਸੰਖੇਪ ਵਿੱਚ ਇਹਦੇ ਅਰਥ ਭਾਵ ਦੀ ਗੱਲ ਕਰਨੀ ਹੈ ਤੇ ਜੋ ਐਫਰਟ ਮੇਰੇ ਕੋਲ ਬੈਸਟ ਹੋ ਸਕਦਾ ਮੈਂ ਟਰਾਈ ਕਰਦਾ। ਵੈਸੇ ਜਿਵੇਂ ਅਸੀਂ ਭਗਤ ਜੈਦੇਵ ਜੀ ਦਾ ਸ਼ਬਦ ਜੋ ਗੁਜਰੀ ਰਾਗ ਦਾ ਹੈ ਉਹ ਪੂਰੇ ਇੱਕ ਕਲਾਸ ਦੇ ਅੰਦਰ ਉਹਦੇ ਅਰਥ ਭਾਵ ਔਰ ਉਚਾਰਨ ਬਾਰੇ ਗੱਲ ਕੀਤੀ ਸੀ ਜੀ। ਉਸੇ ਤਰ੍ਹਾਂ ਹੀ ਇਸ ਸ਼ਬਦ ਦੇ ਵਿੱਚ ਵੀ ਸਿਧਾਂਤਕ ਪੱਖ ਤੋਂ ਵੀ ਕਈ ਚੀਜ਼ਾਂ ਖੋਲਣ ਵਾਲੀਆਂ ਹਨ। ਅੱਛਾ ਜੀ। ਪਰ ਚਲੋ ਜਿੰਨਾ ਥੋੜੇ ਜਿਹੇ ਸਮੇਂ ਜੋ ਗੱਲ ਸਪਸ਼ਟ ਹੋ ਸਕਦੀ ਹੈ ਕੋਸ਼ਿਸ਼ ਕਰਾਂਗਾ। ਠੀਕ ਹੈ। ਇਹ ਸ਼ਬਦ ਭਗਤ ਜੈਦੇਵ ਜੀ ਦੇ ਕੋਲ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਹੀ ਸ਼ਬਦ ਨੇ, तो एक जड़ा गुजरी राग ਦਾ, दूसरा है मारू ਦਾ। और इस शब्द के बारे कई लोगों को शंके भी ने जी कि गुरमत नाल मेल नहीं खाता, हठ योग की गल करता है, ये योग आसना का जिक्र आया है। पर जो असूल की गल है किसी भी शब्द के अगर अर्थ करने हो तो सब तो पहला रहाऊ की पंक्ति को ही देखना चाहिए है। तो इस शब्द की जो रहाऊ की पंक्ति है, मन आद गुण आद विखाणिया तेरी दुविधा दृष्ट सम्मानिया। मैं एक सेकंड थोड़ी खिमा मंगांगा तो मैं कोशिश करांगे आप जी नूं स्क्रीन के उत्ते शेयर ही कर दिया शब्द। ठीक है, वो ज़्यादा वधिया रहेगा क्योंकि शब्द औखा है तो सामने आ जाए तो बहुत वधिया। तो वीर जी आप जी नूं अज केंद्री भाव दसणगे जी। फिर जब कभी समा लग्या तो ਇਹਦਾ ਜਿਵੇਂ ਸਲਾਈਡ ਸ਼ੋ ਬਣਾਉਂਦੇ ਨੇ ਜਾਂ ਵੈਸੇ ਦੱਸਦੇ ਨੇ, ਪੂਰਾ ਇੱਕ ਪੀਰੀਅਡ ਲੈ ਕੇ ਕੋਸ਼ਿਸ਼ ਕਰਾਂਗੇ ਕਿ ਬਾਅਦ ਵਿੱਚ ਇਹਦਾ ਕਿਸੇ ਦਿਨ ਇਹ ਵੀ ਰੱਖ ਲਈਏ, ਕਿਉਂਕਿ ਹੁਣ ਅਗਲੇ ਕੁਝ ਹਫ਼ਤੇ ਬਿਜ਼ੀ ਨੇ। ਵੀਰ ਸੁਰਿੰਦਰ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਬਾਰੇ ਦੱਸ ਰਹੇ ਨੇ, ਵੀਰ ਮੋਹਨ ਸਿੰਘ ਜੀ ਨੇ ਵੀ ਦੀਵਾਲੀ ਬਾਰੇ ਗੱਲਾਂ ਕਰਨੀਆਂ, ਤੇ ਇਸ ਕਰਕੇ ਇਹਨਾਂ ਨੇ ਬੇਨਤੀ ਕੀਤੀ ਵੀ ਘੱਟੋ ਘੱਟ ਅੱਜ ਸਾਨੂੰ ਇਹਦਾ ਕੇਂਦਰੀ ਭਾਵ ਦੱਸਦੇ ਜੀ। ਹਾਂਜੀ MP ਸਿੰਘ। ਹਾਂਜੀ शब्द स्क्रीन पे आ गया जी। ਹਾਂਜੀ आ गया जी। ठीक है जी। तो रहाऊ दा बंद है, मन आद गुण आद विखाणिया तेरी दुविधा दृष्ट सम्मानिया। तो मन ते विश्राम है, मन तो बाद कौमा मन नूं संबोधन है। ਇਹਦੇ ਚ इस पंक्ति च दो बारी लफज आद आया है। पहला आद गुण दे पहला लग्या होया है, ਉਹਦਾ अर्थ है अकाल पुरख ਦਾ जो आद पुरख है। जिवें जपजी दे श्लोक च है आद सच, तो उस अर्थ च इत्थे लफज आद आया है। जिहड़ा गुण तो बाद दूजा लफज आद है वो है जिवें एटसेट्रा, भाई रोटी पानी सब्जी आद ਵੱਖ-ਵੱਖ चीज़ों का करके अगे असीं एटसेट्रा की जगह के उत्ते आद लगा देंगे। ठीक है। इत्थे भगत जयदेव जी कह रहे हैं मन नूं संबोधन करके कि अगर जे उस सब दे मूल सब दे मुੱਢ परमात्मा दे गुण आदिक दी व्याख्यान किया जाए, व्याख्या की जाए, तां की इहदा लाभ होएगा। तेरी दुविधा दृष्ट सम्मानिया, तेरी जिहड़ी दुविधा वाली दृष्टि है, दुविधा तो भाव की है मेर तेर, ये चीज़ां मेरियां हन, ये फलाने दूजे दियां हन, ये मेरे वास्ते चंगियां ने, वो चीज़ां दूजे वास्ते वो दूजे दियां ने जो माड़ियां ने, या मैं दूजियां तो वधिया वां दूजे घटिया ने। खास तौर पर समाज के अंदर जो ऊंच नीच होर धन वाले या निर्धन का जो फर्क है वो वितकरे किए जाते हैं। तो जो वितकरे वाली सोच है वो सम्मानिया समान हो जाएगी, बराबरी हो जाएगी, तो द्वैत वाली दृष्टि जड़ी है वो खत्म हो जाएगी। तो रहाऊ दे पदे का जो मुख भाव है, हे मन अगर जे तू परमात्मा जो सब का मूल है
ਉਸਦੀ ਸਿਫਤ ਸਲਾਹ ਕਰੇ, ਗੁਣ ਆਦਿ ਅਤੇ ਗੁਣ ਆਦਿਕ, ਉਹਦੇ ਗੁਣ ਗਾਏ, ਉਹਦੀ ਸਿਫਤਾਂ ਕਰੇ, ਉਹਦੀ ਵਡਿਆਈਆਂ ਕਰੇ, ਉਹਨਾਂ ਦਾ ਵਿਖਿਆਨ ਕਰੇ, ਤਾਂ ਤੇਰੀ ਜਿਹੜੀ ਮੇਰ ਤੇਰ ਵਾਲੀ ਦੁਬਿਧਾ ਵਾਲੀ ਦ੍ਰਿਸ਼ਟੀ ਹੈ ਉਹ ਸਮਤਾ ਵਾਲੀ ਦ੍ਰਿਸ਼ਟੀ ਬਣ ਜਾਏਗੀ, ਬਰਾਬਰ ਦੀ ਹੋ ਜਾਏਗੀ। ਤੇਰੇ ਅੰਦਰੋਂ ਇਹ ਮੇਰ ਤੇਰ ਦਾ ਵਿਤਕਰਾ ਜਿਹੜਾ ਹੈ ਮੁੱਕ ਜਾਏਗਾ। ਇਹ ਜੀਵਨ ਦੇ ਅੰਦਰ ਇੱਕ ਬਹੁਤ ਵੱਡੀ ਤਬਦੀਲੀ ਹੈ, ਜਿਹੜੀ ਇਨਸਾਨ ਦੀ ਆਤਮਾ ਦੀ ਅਵਸਥਾ ਨੂੰ ਵੀ ਉੱਚਾ ਕਰਦੀ ਹੈ, ਪਰਮਾਤਮਾ ਦੇ ਨੇੜੇ ਲੈ ਜਾਂਦੀ ਹੈ। ਕਿਉਂਕਿ ਪਰਮਾਤਮਾ ਵਾਸਤੇ ਸਾਰੇ ਜੀਵ ਉਹਦੇ ਬਰਾਬਰ ਹਨ, ਉਹ ਸਭ ਜੀਵਾਂ ਦਾ ਪਿਤਾ ਹੈ, ਸਭ ਜੀਵਾਂ ਦਾ ਕਰਤਾ ਹੈ, ਤੇ ਉਹਦੇ ਵਾਸਤੇ ਕੋਈ ਨੀਵਾਂ ਉੱਚਾ ਨਹੀਂ ਹੈ। ਇਹ ਉੱਚੇ ਨੀਵੇਂ ਦੇ, ਗਰੀਬ ਅਮੀਰ ਦੇ, ਚੰਗੇ ਮਾੜੇ ਦੇ, ਗੋਰੇ ਕਾਲੇ ਦੇ, ਊਚ ਜਾਤ ਨੀਚ ਜਾਤ ਦੇ ਵਿਤਕਰੇ ਸਭ ਇਨਸਾਨਾਂ ਦੇ ਆਪਣੇ ਕ੍ਰੀਏਟ ਕੀਤੇ ਹੋਏ ਨੇ। ਪਰਮਾਤਮਾ ਨੇ ਕੋਈ ਫਰਕ ਨਹੀਂ ਸੀ ਪਾਇਆ। तो ये समानता की दृष्टि आ जाएगी अगर जे तुसी परमात्मा की सिफत सलाह नाल जुड़ोगे। तो इस शब्द का जो मुख्य मैसेज है वो है कि परमात्मा की सिफत करन दे नाल ਜਿਹੜੇ ਦੂਜੇ ਕਰਮ ਕਾਂਡ ਆਦि ਨੇ, ਜੋ ਹੋਰ ਸਰੀਰ ਨੂੰ ਔਖਿਆਂ ਕਰਕੇ ਕਈ ਤਰ੍ਹਾਂ ਦੇ ਲੋਕ ਸਾਧਨ ਕਰਦੇ ਨੇ, ਉਹਨਾਂ ਦੇ ਮੁਕਾਬਲੇ ਤੇ ਇਹ ਪਰਮਾਤਮਾ ਦਾ ਨਾਮ ਜਿਹੜਾ ਹੈ ਇਹ ਜ਼ਿਆਦਾ ਯੂਜ਼ਫੁਲ ਹੈ, ਜ਼ਿਆਦਾ ਸਫਲਤਾ ਦੇਣ ਵਾਲਾ ਹੈ, ਪਰਮਾਤਮਾ ਦੇ ਨਾਲ ਪਿਆਰ ਦਾ ਰਿਸ਼ਤਾ ਜੋੜਨ ਦੇ ਵਿੱਚ ਸਮਰੱਥ ਹੈ। तो ਭਗਤ ਜੀ ਜਿਹੜੇ ਯੋਗ ਸਾਧਨ ਨੇ ਉਹਨਾਂ ਦੀ ਮਿਸਾਲ ਦੇ ਕੇ ਕਹਿੰਦੇ ਹਨ ਕਿ ਜੋ ਕੁਝ ਤੁਸੀਂ ਯੋਗ ਦੇ ਆਸਨ ਕਰਕੇ ਹਾਸਲ ਕਰਨਾ ਚਾਹੁੰਦੇ ਹੋ ਉਹ ਸਭ ਕੁਝ ਪਰਮਾਤਮਾ ਦੀ ਸਿਫਤ ਸਲਾਹ ਤੋਂ ਉਸ ਤੋਂ ਵੀ ਬਿਹਤਰ ਮਿਲ ਸਕਦਾ ਹੈ। तो ਮਿਸਾਲ ਵਜੋਂ ਪਹਿਲੇ ਪਦੇ ਦੇ ਅੰਦਰ ਭਗਤ ਜੈਦੇਵ ਜੀ ਨੇ ਜਿਹੜੀ ਪ੍ਰਾਣਾਯਾਮ ਦੀ ਕਿਰਿਆ ਹੈ ਜਿਹਦੇ 3 ਪਾਰਟ ਹੁੰਦੇ ਨੇ, ਕੁੰਭਕ, ਪੂਰਕ ਤੇ ਰੇਚਕ, ਉਹਨਾਂ ਦਾ डिटेल ਜਿਹੜਾ ਪ੍ਰੋਸੀਜਰ ਹੈ ਉਹ ਐਕਸਪਲੇਨ ਕਰਦਿਆਂ ਹੋਇਆਂ ਸਮਝਾਇਆ ਹੈ ਕਿ ਉਹ ਸਭ ਕੁਝ ਜੋ ਇਹਨਾਂ ਤੋਂ ਹਾਸਲ ਹੁੰਦਾ ਹੈ ਉਹ ਮੈਂ ਕੇਵਲ ਪ੍ਰਭੂ ਦਾ ਨਾਮ ਜਪ ਕੇ ਹੀ ਹਾਸਲ ਕਰ ਲਿਆ ਹੈ। तो पहली पंक्ति है चंद सत भेदिया। चंद लफ्ज जड़ा है ये संकेतक है इड़ा दा, खब्बी नास दी नाड़ी। सत का अर्थ है प्राण, भेदिया का अर्थ है विन्या, किसी चीज नूं विनना, जिथे कोई रस्ते च रुकावट होवे उह रुकावट नूं तोड़ के अगे अंदर लंघ जाना। जिवें मान लो कोई किला है जिहदा बहुत स्ट्रोंग दरवाजा है तो फिर ਉਹਨੂੰ ਅਟੈਕ ਕਰਕੇ ਕਹਿੰਦੇ ਹਨ ਕਿ ਭਈ ਅਸੀਂ ਇਸ ਕੋਟ ਦੇ ਦਰਵਾਜ਼ੇ ਨੂੰ ਭੇਦ ਦਿੱਤਾ ਤੇ ਸਾਡੀ ਫੌਜਾਂ ਅੰਦਰ ਲੰਘ ਗਈਆਂ। ਉਹ ਭੇਦਣਾ ਤੋਂ ਭਾਵ ਹੈ ਰੁਕਾਵਟ ਨੂੰ ਤੋੜ ਕੇ ਐਂਟਰੀ ਹਾਸਲ ਕਰਨੀ, ਅੰਦਰ ਪਹੁੰਚਣਾ। तो ਚੰਦ ਸੱਤ ਭੇਦਿਆ ਤੋਂ ਭਾਵ ਕੀ ਹੈ ਕਿ ਖੱਬੀ ਨਾੜੀ ਦੇ ਥਰੂ ਪ੍ਰਾਣ ਨੂੰ ਉੱਪਰ ਚੜਾਉਣਾ। ਇਹ ਉਹਨਾਂ ਦੀ ਪਹਿਲੀ ਜਿਹੜੀ ਕਿਰਿਆ ਦਾ ਪਹਿਲਾ ਪਾਰਟ ਹੈ। फिर है नाद सत पूरिया। नाद जड़ा है सिंबॉलिक है सुखमना का, सुखमना नाड़ी, और सत का फिर अर्थ प्राण ही है। पूरिया का अर्थ है प्राणा नूं उत्थे टिकाना, रोकना। तीजा अंग है सूर सत खोड़सा दत्त किया। सूर का अर्थ है सूरज और ये सिंबॉलिक है सज्जी नाड़ी या पिंगला का या नक की सज्जी नाड़ी का। सत का फिर अर्थ प्राण, खोड़सा का मैंने 16, दत्त का अर्थ हुंदा है देना। तो पहला ईड़ा दे राही या नक की खब्बी नास के राही प्राण नूं अंदर लिया, फिर उस तो बाद सुखमना दे विच उसनूं जाके प्राण नूं टिका दिता, यानी कि पूर दिता। फिर उस तो बाद सूरज वाली यानी कि सज्जे हथ दे लई जिहड़ी नक दी नाड़ी है जिन्नू पिंगला कहा जाता है ਉਹਦੇ ਰਾਹੀਂ प्राण नूं 16 वारी ओम आख के ते फिर बाहर कढ़िया, प्राण बाहर कढ़े। ये योग की क्रिया है। इन्हां तिन्नां क्रियावां नूं कुंभक, पूरक ते रेचक दे नावां नाल भी बयान किया जाता है। महान कोश दे विच इहनूं इस तरीके नाल लिखिया गया है कि चंद्र स्वर नाल प्राणा नूं ओम मंत्र दे शब्द नाल भेदिया यानी कि पूरक किया, फिर पूरिया यानी टिकाया, ये कुंभक किया। सूर्य स्वर नाल 16 वारी ओम मंत्र दा जप करके श्वास नूं दान किया यानी कि रेचक किया। ये टर्मिनोलॉजी योगियां दी है
क्यों किस चीज़ का ਇਹ ਵਾਲਾ ਨਾਮ ਰੱਖਿਆ ਹੈ, ਫਿਰ ਇਹ ਕਿੰਨੀ ਵਾਰੀ ਕਰਨਾ ਹੈ, ਇਹ ਵੀ ਉਹਨਾਂ ਦਾ ਹੈ। 4 ਵਾਰੀ ਉਹਨਾਂ ਨੇ ਫਿਰ ਸਵਾਸ ਅੰਦਰ ਲੈਣ ਦੀ ਗੱਲ ਕੀਤੀ ਹੈ, 8 ਵਾਰ ਰੋਕਣ ਦੀ ਗੱਲ ਕੀਤੀ ਹੈ, 16 ਵਾਰੀ ਫਿਰ ਉਹਨੂੰ ਬਾਹਰ ਕੱਢਣ ਦੀ ਗੱਲ ਕੀਤੀ ਹੈ। ਉਹ ਇਹ ਗਿਣਤੀਆਂ ਤਾਂ ਮੇਰੇ ਆਪਣੇ ਵੀ ਸਮਝ 'ਚ ਨਹੀਂ ਆਈਆਂ ਵੀ ਇਹ 4, 8, 16 ਦਾ ਲੌਜਿਕ ਕੀ ਹੈ, ਪਰ ਇਹ ਲਿਟਰੇਚਰ 'ਚ ਇਹ ਚੀਜ਼ਾਂ ਲਿਖੀਆਂ ਮਿਲਦੀਆਂ ਨੇ। ਉਹ ਖੈਰ, ਪਹਿਲੀ ਪੰਕਤੀ ਦਾ ਅਰਥ ਹੋ ਗਿਆ ਕਿ ਈੜਾ ਦੇ ਰਾਹੀਂ ਪ੍ਰਾਣਾਂ ਨੂੰ ਅੰਦਰ ਲੈਣਾ, ਸੁਖਮਨਾ ਦੇ ਅੰਦਰ ਉਹਨੂੰ ਟਿਕਾਣਾ, ਅਤੇ ਪਿੰਗਲਾ ਦੇ ਰਾਹੀਂ 16 ਵਾਰੀ ਓਮ ਮੰਤਰ ਦਾ ਜਾਪ ਕਰਕੇ ਪ੍ਰਾਣਾਂ ਨੂੰ ਬਾਹਰ ਕੱਢਣਾ। ਇਹ ਸਭ ਕੁਝ ਕਿਰਿਆ ਕਰਕੇ ਜੋ ਪ੍ਰਾਣਾਯਾਮ ਦੀ ਕਿਰਿਆ ਹੈ, ਉਹਦੇ ਰਾਹੀਂ ਜੋ ਕੁਝ ਹਾਸਲ ਹੁੰਦਾ ਹੈ ਉਹ ਸਭ ਕੁਝ ਵੀ। ਅਤੇ ਜੋ ਅਗਲੀ ਦੂਜੀ ਪੰਕਤੀ ਵਿੱਚ ਫਿਰ ਭਗਤ ਜੀ ਲਿਖਦੇ ਹਨ ਕਿ ਅਬਲ ਬਲ ਤੋੜਿਆ, ਅਚਲ ਚਲ ਥਪਿਆ, ਅਕੜ ਘੜਿਆ, ਤਹਾਂ ਅਪਿਓ ਪੀਆ। ਅਬਲ ਦਾ ਅਰਥ ਹੁੰਦਾ ਹੈ ਬਲਹੀਨ, ਬਲ ਯਾਨੀ ਕਮਜ਼ੋਰ। ਤੇ ਅਚਲ ਦਾ ਅਰਥ ਹੈ ਜੋ ਚਲਾਏਮਾਨ ਨਹੀਂ ਹੋ ਸਕਦਾ, ਤੇ ਚੱਲਣ ਟਿਕਿਆ ਹੋਇਆ ਹੈ। ਅਕੜ ਦਾ ਅਰਥ ਹੈ ਜੋ ਘੜਿਆ ਨਹੀਂ ਜਾ ਸਕਦਾ। ਅਪਿਓ ਦਾ ਅਰਥ ਹੈ ਅੰਮ੍ਰਿਤ। ਉਹ ਇਸ ਪੰਕਤੀ 'ਚ ਭਗਤ ਜੀ ਕਹਿੰਦੇ ਹਨ ਕਿ ਮੇਰਾ ਮਨ ਜੋ ਵਿਕਾਰਾਂ ਦੇ ਨਾਲ ਕਮਜ਼ੋਰ ਹੋਇਆ ਸੀ, ਉਹਦੇ ਬਲ ਨੂੰ ਤੋੜ ਕੇ ਉਹਨੂੰ ਹੁਣ ਮੈਂ ਵਿਕਾਰਾਂ ਦੇ ਵੱਲੋਂ ਬਿਲਕੁਲ ਅਬਲ ਕਰ ਦਿੱਤਾ ਹੈ, ਬਲਹੀਨ ਕਰ ਦਿੱਤਾ ਹੈ। ਜੋ ਚੰਚਲ ਮਨ ਸੀਗਾ, ਜਿਹੜਾ ਹਰ ਵਕਤ ਭਟਕਦਾ ਰਹਿੰਦਾ ਸੀਗਾ, ਉਹਨੂੰ ਟਿਕਾ ਕੇ, ਥਾਪ ਕੇ, ਰੋਕ ਕੇ ਤੇ ਉਹਨੂੰ ਅਚਲ ਕਰ ਦਿੱਤਾ ਹੈ। ਹੁਣ ਉਹ ਸਹਿਜ ਵਿੱਚ ਆ ਗਿਆ ਹੈ, ਅਚਲ ਅਵਸਥਾ ਹੋ ਗਈ ਹੈ। ਉਹ ਮੇਰਾ ਮਨ ਜਿਹੜਾ ਅਮੋੜ ਸੀ, ਜਿਹੜਾ ਘੜਿਆ ਨਹੀਂ ਸੀ ਜਾਂਦਾ, ਉਹਨੂੰ ਵੀ ਮਨ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਉਸਨੂੰ ਘੜ ਲਿਆ ਹੈ, ਉਹਨੂੰ ਵੀ ਸਾਧ ਲਿਆ ਹੈ। ਇਹ ਨਿਸ਼ਾਨੀਆਂ ਹਨ ਕਿ ਮੈਂ ਹੁਣ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਪਾਨ ਕਰ ਲਿਆ ਹੈ। ਤਹਾਂ ਅਪਿਓ ਪੀਆ। ਜੇ ਮੇਰਾ ਮਨ ਦਾ ਵਿੱਚੋਂ ਵਿਕਾਰਾਂ ਦੀ ਤਾਕਤ ਖਤਮ ਹੋ ਜਾਂਦੀ ਹੈ, ਮਨ ਦਾ ਭਟਕਣਾ ਰੁਕ ਜਾਂਦਾ ਹੈ, ਅਮੋੜ ਮਨ ਜਿਹੜਾ ਹੈ ਘੜਿਆ ਜਾਂਦਾ ਹੈ, ਸਹਿਜ ਅਵਸਥਾ 'ਚ ਆ ਜਾਂਦਾ ਹੈ, ਇਹ ਨਿਸ਼ਾਨੀਆਂ ਹਨ ਕਿ ਮੈਂ ਅੰਮ੍ਰਿਤ ਪਾਨ ਕਰ ਲਿਆ ਹੈ। ਔਰ ਇਸ ਦੇ ਰਾਹੀਂ ਉਹ ਜਿਹੜੇ ਸਾਰੇ ਯੋਗ ਦੀਆਂ ਪ੍ਰਾਣਾਯਾਮ ਦੀ ਕਿਰਿਆ ਦੀ ਜੋ ਪ੍ਰਾਪਤੀਆਂ ਨੇ, ਉਹ ਸਾਰੀਆਂ ਵੀ ਮੈਨੂੰ ਪ੍ਰਾਪਤ ਹੋ ਜਾਂਦੀਆਂ ਨੇ। ਪਰ ਉਹ ਜੋ ਕੇਂਦਰੀ ਵਿਸ਼ਾ ਹੈ ਉਹ ਕੀ ਹੈ ਕਿ ਮਨ ਆਦ ਗੁਣ ਆਦ ਬਖਾਣਿਆ, ਤੇਰੀ ਦੁਬਿਧਾ ਦ੍ਰਿਸ਼ਟ ਸੰਮਾਨਿਆ। ਇਸ ਦਾ ਇੱਕ ਪਤਾ ਹੋਰ ਹੈ, ਅਰਧ ਕੋ ਅਰਧਿਆ, शरद को शरदया, सलल को सलल सम्मान आया, बदत जयदेव, जयदेव को रम्या, ब्रह्म निर्वाण लिवलीन पाया। अरध ਦਾ ਅਰਥ ਹੈ ਆਰਾਧਨ ਯੋਗ, ਜਿਹਦੀ ਆਰਾਧਨਾ ਕਰਨੀ ਚਾਹੀਦੀ ਹੈ। ਸ਼ਰਦ ਦਾ ਅਰਥ ਹੈ ਜਿਹਦੇ ਉੱਤੇ ਸ਼ਰਧਾ ਧਾਰਨ ਕਰਨੀ ਚਾਹੀਦੀ ਹੈ। ਤੋ ਅਰਧਿਆ ਮੈਂ ਆਰਾਧਨਾ ਕੀਤੀ, ਸ਼ਰਦਿਆ ਮੈਂ ਉਹਦੇ ਤੇ ਸ਼ਰਧਾ ਟਿਕਾਈ। ਅਰਧ ਕੋ ਅਰਧਿਆ, ਸ਼ਰਦ ਕੋ ਸ਼ਰਦਿਆ। ਜਿਸ ਪਰਮਾਤਮਾ ਦੀ ਆਰਾਧਨਾ ਕਰਨੀ ਚਾਹੀਦੀ ਹੈ, ਉਸ ਆਰਾਧਨ ਯੋਗ ਹਰੀ ਨੂੰ ਮੈਂ ਆਰਾਧਿਆ। ਜਿਹਦੀ ਸ਼ਰਧਾ ਕਰਨੀ ਚਾਹੀਦੀ ਹੈ, ਉਸ ਸ਼ਰਧਾ ਕਰਨ ਯੋਗ ਪਰਮਾਤਮਾ ਦੇ ਉੱਤੇ ਮੈਂ ਸ਼ਰਧਾ ਟਿਕਾਈ। ਤਾਂ ਸਲਲ ਕੋ ਸਲਲ ਸਮਾਨ ਆਇਆ। ਸਲਲ ਦਾ ਅਰਥ ਹੁੰਦਾ ਹੈ ਪਾਣੀ। ਤਾਂ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਕੇ ਇੱਕ ਬਰਾਬਰ ਹੋ ਜਾਂਦਾ ਹੈ, ਫਿਰ ਕੋਈ ਉਹਨਾਂ 'ਚ ਭੇਦ ਨਹੀਂ ਰਹਿੰਦਾ, ਤਿਵੇਂ ਹੀ ਮੇਰੀ ਸੁਰਤ ਵੀ ਪਰਮਾਤਮਾ ਦੇ ਅੰਦਰ ਲਿਵਲੀਨ ਹੋ ਗਈ, ਇੱਕ ਸਮਾਨ ਹੋ ਗਈ। ਸਲਲ ਕੋ ਸਲਲ ਸਮਾਨ ਆਇਆ। ਅਦਤ ਜੈਦਿਓ, ਜੈਦਿਓ ਕਹਿੰਦਾ ਹੈ। ਇਹ ਜੈਦਿਓ ਜਿਹੜਾ ਊੜੇ ਦੇ ਔਂਕੜ ਦੇ ਨਾਲ ਆਇਆ ਹੈ, ਉਹ ਭਗਤ ਜੈਦੇਵ ਜੀ ਨੇ ਆਪਣੇ ਨਾਮ ਵਾਸਤੇ ਵਰਤਿਆ ਹੈ। ਪਰ ਉਸ ਤੋਂ ਬਾਅਦ ਫਿਰ ਲਫ਼ਜ਼ ਆਇਆ ਜੈਦੇਵ। ਇਹ ਜੈਦੇਵ ਹੈ ਪਰਮਾਤਮਾ ਵਾਸਤੇ, ਉਹ ਦੇਵ ਜਿਹਦੀ ਹਮੇਸ਼ਾ ਹੀ ਜੈ ਜੈਕਾਰ ਹੁੰਦੀ ਹੈ। ਦੇਵ ਦਾ ਅਰਥ ਹੈ ਪ੍ਰਕਾਸ਼ ਰੂਪ, ਤੇ ਜੈ ਜੈ ਜੈਕਾਰ। ਉਹ ਪ੍ਰਕਾਸ਼ ਰੂਪ ਪਰਮਾਤਮਾ ਜਿਹਦੀ ਹਮੇਸ਼ਾ ਹੀ ਜੈ ਜੈਕਾਰ ਹੁੰਦੀ ਹੈ। ਤੋ ਜੈਦੇਵ ਆਖਦਾ ਹੈ ਕਿ ਉਸ ਜੈ ਜੈਕਾਰ ਹੋਣ ਵਾਲੇ ਪ੍ਰਕਾਸ਼ ਰੂਪ ਪਰਮਾਤਮਾ ਨੂੰ ਮੈਂ ਰਮਿਆ, ਮੈਂ ਉਹਨੂੰ ਸਿਮਰਿਆ। ਤੇ ਫਿਰ ਉਹਦੇ ਨਾਲ ਕੀ ਹੋਇਆ ਕਿ ਬ੍ਰਹਮ ਨਿਰਵਾਣ ਲਿਵਲੀਨ ਪਾਇਆ। ਮੈਂ ਉਸ ਪਰਮਾਤਮਾ ਦੇ ਵਿੱਚ ਹੀ ਲਿਵਲੀਨ ਹੋ ਗਿਆ, ਜੋ ਉਸ ਸੁਰਤ ਮੇਰੀ ਵੀ ਮਿਲ ਗਈ, ਜਿਹੜਾ ਆਪਣੇ ਆਪ ਦੇ ਅੰਦਰ ਲੀਨ ਹੈ। ਇਹ ਲਿਵਲੀਨ ਲਫ਼ਜ਼ ਜਿਹੜਾ ਹੈ ਪਰਮਾਤਮਾ ਦੇ ਵਾਸਤੇ ਆਇਆ ਹੈ, ਜੋ ਪਰਮਾਤਮਾ ਹਮੇਸ਼ਾ ਆਪਣੇ ਆਪ ਦੇ ਅੰਦਰ ਹੀ ਲੀਨ ਹੈ। ਲਿਵਲੀਨ ਦੇ ਜੋ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਦਰਪਣ 'ਚ ਲਿਖੇ ਹਨ ਕਿ ਆਪਣੇ ਆਪ ਦੇ ਵਿੱਚ ਹੀ ਮਸਤ ਪ੍ਰਭੂ।
ਲਿਵਲੀਨ ਲਫ਼ਜ਼ ਜੋ ਪਰਮਾਤਮਾ ਵਾਸਤੇ ਆਇਆ ਹੈ। ਤੋ ਜੈਦੇਵ ਕਹਿੰਦਾ ਹੈ ਕਿ ਮੈਂ ਉਸ ਪਰਮਾਤਮਾ ਨੂੰ ਸਿਮਰ ਕੇ ਉਸ ਨਿਰਵਾਨ ਪਰਮਾਤਮਾ ਨੂੰ ਪਾ ਲਿਆ ਹੈ, ਜੋ ਪਰਮਾਤਮਾ ਹਮੇਸ਼ਾ ਆਪਣੇ ਆਪ ਦੇ ਵਿੱਚ ਲੀਨ ਹੈ। ਤੋ ਬ੍ਰਹਮ ਲਫ਼ਜ਼ ਪਰਮਾਤਮਾ ਵਾਸਤੇ ਔਰ ਲਿਵਲੀਨ ਵੀ ਪਰਮਾਤਮਾ ਵਾਸਤੇ। ਨਿਰਵਾਨ ਦਾ ਅਰਥ ਹੈ ਵਾਸ਼ਨਾ ਰਹਿਤ, ਤੇ ਲਿਵਲੀਨ ਜੋ ਆਪਣੇ ਆਪ ਦੇ ਵਿੱਚ ਮਸਤ ਹੈ। ਤੋ ਜੈਦੇਵ ਕਹਿੰਦਾ ਹੈ ਕਿ ਮੈਂ ਉਸ ਪ੍ਰਕਾਸ਼ ਰੂਪ ਪਰਮਾਤਮਾ ਨੂੰ, ਜਿਹਦੀ ਹਮੇਸ਼ਾ ਹੀ ਜੈ ਜੈਕਾਰ ਹੁੰਦੀ ਹੈ, ਉਸ ਨੂੰ ਸਿਮਰ ਕੇ ਉਸ ਨਿਰਇੱਛਤ ਨਿਰਵਾਸ਼ਨਾ ਰਹਿਤ ਆਪਣੇ ਆਪ ਦੇ ਵਿੱਚ ਮਸਤ ਪਰਮਾਤਮਾ ਨੂੰ ਪਾ ਲਿਆ ਹੈ। ਤੋ ਇਸ ਸ਼ਬਦ ਦੇ ਅੰਦਰ ਕੋਈ ਯੋਗ ਆਸਨਾ ਦੀ ਵਡਿਆਈ ਨਹੀਂ ਕੀਤੀ ਗਈ, ਬਲਕਿ ਪਰਮਾਤਮਾ ਦੀ ਸਿਫਤ ਸਲਾਹ, ਪਰਮਾਤਮਾ ਦੀ ਵਡਿਆਈ, ਪਰਮਾਤਮਾ ਦੇ ਸਿਮਰਨ ਦੀ ਗੱਲ ਕੀਤੀ ਗਈ ਹੈ। ਤੇ ਇਹ ਗੱਲ ਸਮਝਾਈ ਗਈ ਹੈ ਕਿ ਜੋ ਯੋਗ ਆਸਨਾ ਦੇ ਰਾਹੀਂ ਜੋ ਸ਼ਕਤੀਆਂ ਆਦਿਕ ਲੋਕ ਹਾਸਲ ਕਰਨਾ ਚਾਹੁੰਦੇ ਨੇ, ਉਹ ਸਭ ਪਰਮਾਤਮਾ ਦੀ ਸਿਫਤ ਸਲਾਹ ਨਾਲ ਜੁੜ ਕੇ ਹਾਸਲ ਹੋ ਸਕਦੀਆਂ ਨੇ। तो इतने ही बेचने प्रमाण करना जी। जो कोई भुल्लां गलतियां हो गई उनके वास्ते क्षमा याचना जी। वाहिगुरू जी का खालसा ਵਾਹਿਗੁਰੂ ਜੀ वाहिगुरू ਕੀ जी की ਫਤਿਹ। फतेह। ਸਾਧ ਸੰਗਤ ਜੀ, ਜਿੰਨੇ ਭਗਤ ਸਾਹਿਬਾਨ ਦੀ ਬਾਣੀ ਹੈ ਉਹਦੇ ਬੜੇ ਡੂੰਘੀਆਂ ਰਮਜ਼ਾਂ ਨੇ, ਚਾਹੇ ਬਾਬਾ ਕਬੀਰ ਜੀ ਦੀ ਹੋਣ, ਫਰੀਦ ਸਾਹਿਬ ਦੀਆਂ ਹੋਣ, ਜਾਂ ਹੁਣ ਅੱਜ ਆਪਾਂ ਦੇਖਿਆ ਭਗਤ ਜੈਦੇਵ ਜੀ ਦੀ। ਖਾਸ ਕਰਕੇ ਜਿਹੜੀ ਭਗਤ ਸਾਹਿਬਾਨ ਦੀਆਂ ਬਾਣੀਆਂ ਨੇ, ਉਹਨੇ ਬੜੀਆਂ ਡੂੰਘੀਆਂ ਰਮਜ਼ਾਂ ਨੇ, ਤੇ ਉਹਨਾਂ ਨੂੰ ਬੜੇ ਹੀ ਧਿਆਨ ਨਾਲ ਸੋਚਣ ਸਮਝਣ ਦੀ ਲੋੜ ਹੈ। तो ਅੱਜ ਦਾ ਸ਼ਬਦ ਬੜਾ ਔਖਾ ਸ਼ਬਦ ਹੈ, ਫਿਰ ਵੀ MP ਸਿੰਘ ਜੀ ਨੇ ਤੁਹਾਨੂੰ ਇਸ ਥੋੜੇ ਜਿਹੇ ਸਮੇਂ 'ਚ ਵੀ ਇਸ ਸ਼ਬਦ ਦਾ ਜੋ ਗਿਆਨ ਕਰਵਾਇਆ, ਇਸ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਧ ਸੰਗਤ ਜੀ।